राम नाम उर मैं गह्यो जाकै सम नहीं कोय। जेह सिमरत संकट मिटै दर्श तुहारो होए। जे सिमरत संकट मिटै दर्श तुहारो होए। ਸਾਹਿਬਾਂ ਦੀ ਪਾਵਨ ਪਵਿੱਤਰ ਮੁਕੱਦਸ ਮੁਬਾਰਕ ਗੋਦ ਵਿੱਚ ਸੁਭਾਈਮਾਨ ਸਤਸੰਗੀ ਜਨੋਂ, ਵੱਡ ਭਾਗੇ ਖਾਂ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਬੈਠ ਕੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਰੱਬੀ ਬਾਣੀ ਸੋਧੈ ਰਹਿਰਾਸ ਦਾ ਪਾਠ ਉਪਰੰਤ ਆਪ ਜੀ ਨੇ ਸਰਬੱਤ ਦੇ ਤੇ ਆਪਣੇ ਭਲੇ ਦੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਉਪਰੰਤ ਪਾਵਨ ਬਚਨ ਜੋ ਸਤਿਗੁਰੂ ਜੀ ਨੇ ਬਖਸ਼ਿਆ ਸਰਵਣ ਕੀਤਾ ਅਤੇ ਉਸ ਦੇ ਨਾਲ ਹੀ ਚੱਲ ਰਹੀ ਲੜੀਵਾਰ ਨੌਵੇਂ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ 57 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਭ ਤੋਂ ਅਖੀਰ ਸ਼ਲੋਕ ਕੱਲ ਦੇ ਦੀਵਾਨ ਦੇ ਅੰਦਰ ਅਸੀਂ 56 ਨੰਬਰ ਸ਼ਲੋਕ ਦੀ ਵਿਚਾਰ ਕੀਤੀ। ਅੱਜ ਦੇ ਪਾਵਨ ਬਚਨ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰੂ ਜੀ ਜੋ ਬਖਸ਼ਿਸ਼ ਜੋ ਰਹਿਮਤ ਸਾਡੇ ਤੇ ਕਰਦੇ ਆ, ਆਓ ਉਸ ਨੂੰ ਸਮਝਣ ਵਿਚਾਰਨ ਦਾ ਯਤਨ ਕਰੀਏ। ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਵਿਚਾਰ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਰਪਾ ਕੀਤੀ, ਜਿਨ੍ਹਾਂ ਨੇ ਸੰਸਾਰ ਤੇ ਰਹਿਣਾ, ਜਿਨ੍ਹਾਂ ਦੀ ਸਦੀਵੀ ਹੋਂਦ ਸੰਸਾਰ ਤੇ ਹੈ, ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ। ਥੋੜ੍ਹਾ ਜਿਹਾ ਪਿਛੋਕੜ ਵਾਲਾ ਜਿਹੜਾ ਸ਼ਬਦ ਹੈ ਉਹਨੂੰ ਨਾਲ ਲੈ ਕੇ ਚੱਲੀਏ, ਜਿਹੜਾ ਅਗਲਾ ਸ਼ਬਦ ਹੈ ਉਹਦੀ ਫਿਰ ਸਮਝ ਸਾਨੂੰ ਪੈ ਜਾਏਗੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਰੱਖਿਓ, ਭਾਵ ਜਿਹੜੀ ਸਦੀਵੀ ਪਰਮਾਤਮਾ ਦੀ ਹੋਂਦ ਹੈ, ਜਿਸ ਦੇ ਵਿੱਚੋਂ ਨਿਰੰਕਾਰ ਨੇ ਇਹ ਸੰਸਾਰ ਪੈਦਾ ਕੀਤਾ, ਭਾਵ ਇਹ ਦੂਈ ਕੁਦਰਤ ਪੈਦਾ ਹੋਈ। ਕਿਉਂਕਿ ਕੱਲ ਵੀ ਬੇਨਤੀ ਕੀਤੀ ਸੀ, ਧਰਤੀ ਦਾ ਬ੍ਰਹਿਮੰਡ ਦਾ ਐਸਾ ਕੋਈ ਵੀ ਜਰਰਾ ਨਹੀਂ, ਕੋਈ ਵੀ ਇਹੋ ਜਿਹਾ ਕਣ ਨਹੀਂ ਜਿਹੜਾ ਨਾਮ ਤੋਂ ਪੈਦਾ ਨਹੀਂ ਹੋਇਆ। ਸਤਿਗੁਰੂ ਜੀ ਨੇ ਇਸ ਗੱਲ ਦਾ ਨਿਰਣਾ ਬਾਣੀ ਵਿੱਚ ਦੇ ਦਿੱਤਾ। ਕੱਲ ਵੀ ਗੱਲ ਸਾਂਝੀ ਕੀਤੀ ਸੀ, ਆਪਨੇ ਆਪ ਸਾਜਿਓ ਆਪਨੇ ਰਚਿਓ ਨਾਉ, ਸਭ ਕੁਝ ਨਾਮ ਦੀ ਰਚਨਾ ਦੇ ਵਿੱਚੋਂ ਪੈਦਾ ਹੋਇਆ। ਤਾਂ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਨਾਮ ਰਹਿਓ ਸਾਧੂ ਰਹਿਓ। ਨਾਮ ਨੂੰ ਜਪਣ ਵਾਲਾ ਸਾਧੂ, ਨਾਮ ਨੂੰ ਜਪਣ ਵਾਲਾ, ਬੰਦਗੀ ਕਰਨ ਵਾਲਾ ਸੰਤ। ਚਲੋ ਵਿਦਵਾਨਾਂ ਨੇ ਜਦੋਂ ਸਾਧੂ ਦੇ ਅਰਥ ਕੀਤੇ ਆ, ਤੇ ਭਾਈ ਵੀਰ ਸਿੰਘ ਵਰਗੇ ਜਾਂ ਹੋਰ ਵੀ ਗਿਆਨਵਾਨ, ਉਹਨਾਂ ਨੇ ਸਾਧੂ ਦੇ ਬੜੇ ਕਮਾਲ ਦੇ ਅਰਥ ਕੀਤੇ ਆ। ਜਿਹੜਾ ਆਪਣੀਆਂ ਇੰਦਰੀਆਂ ਨੂੰ, ਆਪਣੀਆਂ ਵਾਸ਼ਨਾਵਾਂ ਨੂੰ, ਆਪਣੇ ਵਿਕਾਰਾਂ ਨੂੰ ਰੋਕ ਲੈਂਦਾ। ਸਤਿਗੁਰੂ ਜੀ ਕਹਿੰਦੇ ਆ, ਅਸਲ ਵਿੱਚ ਉਹ ਸਾਧੂ ਹੁੰਦਾ। ਸਾਧੂ ਕਹਿ ਲਈਏ, ਸੰਤ ਕਹਿ ਲਈਏ। ਬਾਣੀ ਦੇ ਅੰਦਰ ਸਾਧੂ ਦੀ ਗੱਲ ਵੀ ਆਉਂਦੀ ਹੈ, ਸੰਤ ਦੀ ਵੀ ਗੱਲ ਆਉਂਦੀ ਹੈ, ਦੋਹਾਂ ਦਾ ਜ਼ਿਕਰ ਆਉਂਦਾ ਹੈ।
ਤੇ ਇੱਥੋਂ ਤੱਕ ਬੇਨਤੀ ਕਰਦੇ ਹਾਂ, ਭਾਵੇਂ ਉਹਨੂੰ ਗੁਰਮੁਖ ਕਹਿ ਲਈਏ, ਭਾਵੇਂ ਬ੍ਰਹਮ ਗਿਆਨੀ ਕਹਿ ਲਈਏ, ਭਾਵੇਂ ਸੇਵਕ ਕਹਿ ਲਈਏ, ਸਭ ਇੱਕ ਨੇ। ਸੋ ਕਹਿਣ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਉਹ ਰਹੇਗਾ। ਤੇ ਤੀਜੀ ਗੱਲ, ਰਖਿਓ ਗੁਰ ਗੋਬਿੰਦ, ਗੁਰੂ ਗੋਬਿੰਦ ਰਹੇਗਾ, ਨਿਰੰਕਾਰ ਰਹੇਗਾ। ਨਿਰੰਕਾਰ ਨੂੰ ਜਪਣ ਵਾਲੀਆਂ ਇਹ ਹਸਤੀਆਂ ਰਹਿਣਗੀਆਂ। ਤੇ ਫਿਰ ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਚਲੋ ਕੱਲ ਆਪਾਂ ਨਾਮ ਰਹਿਓ, ਸਾਧੂ ਰਹਿਓ, ਰਖਿਓ ਗੁਰੂ ਗੋਬਿੰਦ ਤੇ ਵਿਚਾਰ ਸਿਰਫ ਕੀਤੀ ਸੀ। ਅੱਜ ਥੋੜਾ ਜਿਹਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਕਹੋ ਨਾਨਕ ਇਹ ਜਗਤ ਮੈਂ। ਇਹ ਨਾਨਕ ਆਖਦਾ ਹੈ, ਸਤਿਗੁਰੂ ਜੀ ਕਹਿੰਦੇ ਆ ਕਿਨ ਜਪਿਓ ਗੁਰਮੰਤ। ਕਿਨ ਦਾ ਅਰਥ ਹੈ ਜੀ ਜਿਸ ਕਿਸੇ ਨੇ, ਕੋਈ ਵੀ ਹੋਵੇ, ਨਾਮ ਜਪਣ ਵਾਲਾ, ਭਗਤੀ ਕਰਨ ਵਾਲਾ ਕੋਈ ਵੀ ਹੋਵੇ। ਇੱਥੇ ਮੈਂ ਇੱਕ ਹੋਰ ਬੇਨਤੀ ਕਰਦਾ, ਇਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਨਾਮ ਜਪਣ ਵਾਲਾ ਇੱਕ ਧਰਮ ਦੇ ਨਾਲ ਰੱਖਦਾ ਸੰਬੰਧ, ਉਹੀ ਨਾਮ ਜਪਣ ਵਾਲਾ ਹੋ ਸਕਦਾ, ਨਹੀਂ। ਨਾਮ ਜਪਣ ਵਾਲੇ ਦਾ ਪਹਿਲੀ ਗੱਲ ਕੋਈ ਜਾਤ ਨਹੀਂ ਹੁੰਦੀ, ਧਰਮ ਨਹੀਂ ਹੁੰਦਾ, ਫਿਰਕਾ ਨਹੀਂ ਹੁੰਦਾ, ਮਜ਼ਹਬ ਨਹੀਂ ਹੁੰਦਾ, ਉਹ ਸਭ ਦੇ ਲਈ ਇੱਕ ਬਰਾਬਰ ਹੁੰਦਾ। ਤੇ ਉਸੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਕਹੋ ਨਾਨਕ ਇਹ ਜਗਤ ਮੈਂ। ਜਿਵੇਂ ਨਾ ਇੱਕ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਆਪਾਂ ਜਾਪਸਾ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਚਲੋ ਰੱਬ ਦੇ ਗੁਣਾਂ ਨੂੰ ਬਿਆਨ ਕੀਤਾ ਗਿਆ। ਜਿੰਨੀ ਵੀ ਜਾਪ ਸਾਹਿਬ ਦੀ ਬਾਣੀ ਹੈ ਉਹ ਸਾਰੀ ਰੱਬ ਦੀ ਉਸਤਤ ਹੈ, ਨਿਰੰਕਾਰ ਦੀ ਉਸਤਤ ਹੈ। ਤੇ ਉਹਦੇ ਵਿੱਚ ਜਿਵੇਂ ਰੱਬ ਨੂੰ, ਨਿਰੰਕਾਰ ਨੂੰ ਸਲਾਹਿਆ, ਜਿਵੇਂ ਆਪਾਂ ਕਹਿੰਦੇ ਆ ਨਾਮ ਜਪਣ ਵਾਲਾ ਸਾਧੂ ਜਨ, ਤੇ ਇਹਨਾਂ ਵਿੱਚ ਕੋਈ ਅਭੇਦਤਾ ਨਹੀਂ ਰੱਬ ਵਿੱਚ। ਤੇ ਉੱਥੇ ਜਾ ਕੇ ਇੱਕ ਬਚਨ ਪੜ੍ਹਦੇ ਆ, ਨਾ ਜਾਤ ਹੈ, ਨਾ ਪਾਤ ਹੈ, ਨਾ ਤਾਤ ਹੈ, ਨਾ ਮਾਤ ਹੈ। ਨਾ ਹੀ ਰੱਬ ਦੀ ਕੋਈ ਜਾਤ ਹੈ, ਨਾ ਹੀ ਇਹੋ ਜਿਹਾ ਉਹਦੇ ਨਾਲ ਕੋਈ ਫਿਰਕਾ, ਧਰਮ, ਮਜ਼ਹਬ ਜੁੜਦਾ ਹੈ। ਤੇ ਰੱਬ ਨੂੰ ਜਪਣ ਵਾਲਾ ਵੀ ਉਸੇ ਅਵਸਥਾ ਦੇ ਵਿੱਚ ਰਹਿੰਦਾ। ਤੇ ਮੈਂ ਬੇਨਤੀ ਕਰਾਂ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿਨ ਦਾ ਭਾਵ ਸੀ ਵੀ ਜਿਸ ਕਿਸੇ ਨੇ ਵੀ, ਭਾਵੇਂ ਉਹ ਛੋਟਾ ਹੋਵੇ, ਭਾਵੇਂ ਉਹ ਵੱਡਾ ਹੋਵੇ, ਸਭ ਨੂੰ, ਵੈਸੇ ਰੱਬ ਦਾ ਨਾਮ ਜਪਣ ਦਾ ਹੱਕ ਸਭ ਨੂੰ ਹੈ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਆਹ ਨਹੀਂ ਬਾਣੀ ਪੜ੍ਹ ਸਕਦਾ, ਆਹ ਨਹੀਂ ਬਾਣੀ ਸੁਣ ਸਕਦਾ। ਇਹ ਤਾਂ ਫਿਰ ਉਹ ਬ੍ਰਾਹਮਣਾਂ ਵਾਲੇ ਕਰਮਕਾਂਡ ਹੋ ਗਏ। ਉਹ ਕਹਿੰਦਾ ਸੀ ਕਿ ਵੀ ਸ਼ੂਦਰ ਜਿਹੜਾ ਹੈ ਉਹ ਵੇਦ, ਸਿਮਰਤੀਆਂ, ਸ਼ਾਸਤਰ ਨਹੀਂ ਪੜ੍ਹ ਸਕਦਾ। ਜੇ ਕਿਤੇ ਉਹ ਪੜ੍ਹਦਾ ਵੀ ਹੈ, ਤੇ ਜੇ ਉਹ ਪੜ੍ਹਦਾ ਹੈ ਜਾਂ ਤੇ ਉਹਦੀ ਜੀਭ ਕੱਟ ਦਿੱਤੀ ਜਾਵੇ, ਜੇ ਕਿਤੇ ਉਹ ਨਾਮ ਸੁਣ ਵੀ ਲਵੇ। ਇਹ ਹੁੰਦਾ ਰਿਹਾ ਕਿਤੇ ਪੁਰਾਤਨ ਉਹਨਾਂ ਦੀ, ਤੁਸੀਂ ਜਦੋਂ ਪੜ੍ਹੋਗੇ ਉਹਨਾਂ ਦੀਆਂ ਚੀਜ਼ਾਂ, ਤੇ ਅਕਸਰ ਇਹ ਹੁੰਦਾ ਰਿਹਾ। ਜੇ ਕੋਈ ਸ਼ੂਦਰ ਨੀਵੀਂ ਜਾਤ ਦਾ ਕੁਝ ਪੜ੍ਹ ਲੈਂਦਾ, ਕੁਝ ਸੁਣ ਲੈਂਦਾ ਹੈ, ਜਾਂ ਤੇ ਉਹਦੀ ਜੀਭ ਕੱਟ ਦਿੱਤੀ ਜਾਂਦੀ ਹੈ, ਤੇ ਜਾਂ ਜੇਕਰ ਉਹ ਵੇਦ ਸਿਮਰਤੀਆਂ ਦੇ ਪਾਠ ਨੂੰ ਸੁਣ ਲੈਂਦਾ ਭੁੱਲ ਭੁਲੇਖੇ, ਤੇ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਤਾਂ ਕਿ ਅੱਗੋਂ ਤੇ ਕੁਝ ਸੁਣ ਹੀ ਨਾ ਸਕੇ। ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿੰਦੇ ਆ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਕਿਨ ਜਪਿਓ ਗੁਰਮੰਤ, ਜਿਸ ਕਿਸੇ ਨੇ ਵੀ ਪਰਮਾਤਮਾ ਦਾ ਨਾਮ ਜਪਿਆ। ਹੁਣ ਫਿਰ ਥੋੜੀ ਜਿਹੀ ਬੇਨਤੀ ਸੁਣਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਜਦੋਂ 15 ਭਗਤਾਂ ਦੀ ਬਾਣੀ ਐਡ ਕੀਤੀ ਹੈ, ਕੱਲ ਵੀ ਆਪ ਜੀ ਦੇ ਨਾਲ ਇੱਕ ਬਚਨ ਸਾਂਝਾ ਕੀਤਾ ਸੀ ਜਿਹਦੇ ਵਿੱਚ ਸਾਧੂਆਂ ਦਾ ਜ਼ਿਕਰ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਆ। ਉਹਦੇ ਜਿਹੜਾ ਬਚਨ ਤੁਸੀਂ ਸੁਣਿਆ ਸੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਉਹਦੇ ਅਖੀਰ ਦੇ ਸੈਕਿੰਡ ਲਾਸਟ ਜਿਹੜਾ ਬਚਨ ਹੈ, ਉਹਦੇ ਵਿੱਚ ਬਕਾਇਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਭਗਤ ਸੈਣ ਜੀ ਦਾ ਜ਼ਿਕਰ ਕਰਦੇ ਆ, ਜਿਹੜਾ ਅੱਤ ਦਰਜੇ ਦਾ ਨੀਵਾਂ ਹੈ, ਉਹਦਾ ਜ਼ਿਕਰ ਕਰਦੇ ਆ। ਉਹਦੇ ਬਾਰੇ ਕਹਿੰਦੇ ਆ, ਸੈਣ ਨਾਈ ਬੁੱਤ ਕਾਰੀਆ। ਹੁਣ ਕਿਨ ਜਪਿਓ ਗੁਰਮੰਤ, ਜਿਨ੍ਹਾਂ ਨੇ ਜਪਿਆ ਉਹਨਾਂ ਦਾ ਜ਼ਿਕਰ ਆਇਆ। ਸਤਿਗੁਰੂ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ, ਵੇਖ ਮੈਂ ਤਾਂ ਉਹਨਾਂ ਨੂੰ ਵੀ ਬਾਣੀ ਵਿੱਚ ਥਾਂ ਦੇ ਦਿੱਤੀ ਜਿਨ੍ਹਾਂ ਨੂੰ ਸੰਸਾਰ ਨਹੀਂ ਸੀ ਦਿੰਦਾ। ਸੈਣ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ। ਵੇਖ ਉਹ ਵੀ ਘਰ ਘਰ ਦੇ ਵਿੱਚ ਸੁਣਿਆ ਜਾਣ ਲੱਗਿਆ। ਕਿਨ ਜਪਿਓ ਗੁਰੂ, ਜਿਸ ਕਿਸੇ ਨੇ ਵੀ
परमात्मा दे नाम नूं जपिया, गुर मंत्र नूं जपिया। हुण चलो अगे थोड़ा जिहा गुर मंत्र, वैसे बाणी दे अंदर विद्वान सज्जणों की लिखती अनुसार ये मन्निया जाता है कि भी सब तो पहला आप जी नूं कई बार मैं ये गल साझी करदा, गुरु नानक महाराज ने सानू एक मूल मंत्र दिता, ते आप जी नूं इस गल का भी पता होना चाहिए ये मूल मंत्र कित्थे उच्चारण किया सतगुरु जी ने। वो पाक पवित्र रसना तो उच्चारण होया, ते किस धरती ते किस थां ते ये उच्चारण होया। इतिहास कहता है जदों सिक्खी दी झोली दे विच, सिख दे हिरदे विच धन गुरु नानक महाराज बाणी पाउण लगे आ, ते पहला मूल मंत्र जिहड़ा रोज़ आपां पढ़दे आ, एक ओंकार तो लैके गुरप्रसाद तक, गुरु नानक महाराज जी ने सुल्तानपुर दी धरती ते वेई नदी दे किनारे बैठ के इनू उच्चारण किया, जिन्हों आपां कहने मूल मंत्र, गुरु दा दिता होया मंत्र। ते चेते रखना ये मंत्र कई सज्जण एहो जे मैं गुरमुख प्यारे वेखिया, अमृत वेले जिन्हां दा नित दा ये नेम है, जिन्ना कल भी जिक्र किया सी, नाम ते नामी जिहड़े नाम जपण वाले आ, वो जिथे वाहिगुरू मंत्र दा जाप करदे आ, उत्थे ही नाल साध संगत वो नितनेम दे अंदर इस मूल मंत्र दा भी पाठ करदे आ बकायदा। जदों फिर बेनती ध्यान नाल सुनियो, जदों पंज प्यारियां वल्लों खंडे बाटे दी अमृत दी दात तैयार की जाती है, ते खंडा बाटा अमृत तैयार हुंदा है, अमृत छकाउण तो बाद एक रहत दसी जाती है, उस रहत दे अंदर पंज प्यारियां दे विचों जिहड़ा रहत मर्यादा दस रहा हुंदा है, उहदे विचों वो दस्सण वाला ये गल बकायदा कहंदा है, जिथे तू वाहिगुरू वाहिगुरू दा जाप करना है, उत्थे नाल तू रोज़ ये मूल मंत्र दा जाप भी करना है। नाल 5 वारी मूल मंत्र पढ़ाया जाता है, उस तो बाद वाहिगुरू जाप दा मंत्र किया जाता है। चलो बाणी दे अंदर धन गुरु ग्रंथ साहिब महाराज जी ने जिथे कल बेनती की जी, सतनाम का जिक्र किया, जप मन सतनाम सदा सतनाम, उत्थे नाल भाई गुरदास जी ने सब तो वध वाहिगुरू का भी जिक्र किया, उत्थे नाल सतनाम का भी जिक्र किया। भाई गुरदास जी दियां वारां, भाई गुरदास जी कहते जिस वेले धन गुरु नानक महाराज श्री करतारपुर साहिब की धरती ते, जिमें आपां बचन पढ़ते हैं, मंजी बैठ किया पसारा, गुरु पैर संसारी कपड़े, मंजी बैठ किया पसारा, गुरु नानक पातशाह ने हुण अपना जिहड़ा थां सी वो करतारपुर साहिब की धरती मान लिया, वो वसाई, ते उत्थे सतगुरु जी हुण किरत विहार करते आ, उसे जगह का जिक्र करते आ। भाई गुरदास जी कहते जदों भाई लहणा जी संगत विच आउंदे आ, भाई लहणा जी आए ते सतगुरु गुरु नानक महाराज जी ने जिहड़ा उपदेश दिता, जिहड़ा भाई गुरदास जी ने जिक्र किया, सतनाम पढ़ मंत्र सुनाया, उत्थे गुरु नानक महाराज जी ने की कीता। चलो भाई गुरदास जी ने यह भी अगे जाके जिक्र किया, वाहिगुरू गुर मंत्र है, ये भी भाई गुरदास जी का वचन है। हुण एक पासे गुरु नानक महाराज जी सिक्खी दी झोली विच सतनाम मंत्र भी पा रहे आ, ते दूजे पासे सिक्खी दी झोली दे अंदर भाई गुरदास जी कहंदे आ वाहिगुरू गुर मंत्र है। ये वाहिगुरू गुर मंत्र इहो जिहा मंत्र तेनू दे चलिया, जप हुमै खोई। चलो कई विचारे इहो जिहे आ, तां ही मैं कहना मैं अपने आप नूं ना ते ज्ञानियां विच गिणदा ते ना ही मैं अपने आप नूं विद्वानां च गिणदा, क्योंकि माफ करना बेड़ा बहुत गर किया। वाहिगुरू बकायदा सिख रहत मर्यादा दे अंदर ये जिक्र है, नितनेम करन तो पहला 5 बाणियां दा नितनेम आपां करदे आ, जपजी साहिब, जाप साहिब, सवैये, चौपाई साहिब ते आनंद साहिब दी बाणी। उस तो पहला एक रूटीन है साडी, हालांकि वो रहत मर्यादा दे अंदर जिक्र आउंदा है। सिख अमृत वेले उठे, अमृत वेले इशनान करके सब तो पहला चौंकड़ा मार के वाहिगुरू सिमरन करे, बकायदा वो लिखा होया। पर अज दे बहुते जिहड़े विद्वान ज्ञानी अपने आप नूं कहाउंदे आ, वो तां कहंदे नहीं जी, जदों नितनेम ही कर लिया फिर वाहिगुरू दा की फायदा,
नहीं साध संगत। गुरु ने ये हुक्म किया, पंथ ने ये हुक्म किया, पंथ दा हुक्म गुरु दा हुक्म, गुरु दा हुक्म पंथ दा हुक्म। हुण तां मनना पेगा, सिर मत्थे परवान है। सो सतगुरु जी कहते आ, भाई गुरदास जी ने जदों ये जिक्र किया वाहिगुरु गुर मंत्र है जप होम है कोई, ते इत्थे गुरु तेग बहादुर महाराज कहते आ, कहो नानक ए जगत में किन जपियो गुर मंत्र। जिस चलो एक होर बेनती करते हैं, वैसे जदों तुसी भट्ट साहिबाना की बाणी पढ़ते हो, गुरु साहिबाना ने भी वाह शब्द वरत्या, बाणी के अंदर वाह शब्द आया, वाह गुरु शब्द आया। जिवें भट्ट साहिबाना की बाणी में आपां पढ़ते हैं वाह गुरु तेरा सब सदका, उन्होंने वाहिगुरु शब्द उच्चारण किया। चलो बाणी में भी बहुत बार आया। सो बेनती करा धन गुरु तेग बहादुर महाराज जी की ये लास्ट पंक्ति जिहड़ी है, सैकेंड लास्ट जिहड़ा कल बचन साझा कीता सी, उहदे विच गुरु तेग बहादुर महाराज कहंदे आ, कहो नानक ए जगत में किन जपियो गुरमंत। किन दा अर्थ सी जिस किसे ने भी परमात्मा दे नाम नूं जपिया, परमात्मा दे नाम दी सिमरन दी आराधना कीती, सतगुरु जी कहते हैं वह गुरु का दिता होया मंत्र उहदे हिरदे दे अंदर टिक गया। हुण अगली गल सतगुरु गुरु तेग बहादुर महाराज जिहड़े अगले शब्द विच करदे आ, वो होर बा कमाल दी करदे आ। राम नाम उर मैं गयो, जपिया होया परमात्मा दा नाम जदों हिरदे दे अंदर जांदा है। देखो एक गल होर नाल चलदी है, वैसे आपां पढ़ते हैं जदों बंदगी करन वाला, परमात्मा की आराधना करन वाला, सिमरन करन वाला, आपां कहने कि भी जिथे साधु बह के भगती करदा है, जिथे बंदगी करदा है। वैसे पिछले दिन जिस दिन तीरथ की गल चली सी, उस दिन आप जी दे नाल शायद मैं ये गल साझी कीती सी, तीरथ होंद विच आउण दा कारण की सी। उहदे विद्वान 1 2 3 कारण लैंदे आ। चलो मैं आप जी दे नाल साझे करदा। पहला कारण, तीरथ उत्थे बनदा जिथे किसी अवतारी या नाम जपण वाले, बंदगी करन वाले दा अवतार होया हुंदा है, जन्म होया हुंदा है, उहनूं कहने आपां तीरथ। दूजी बेनती, तीरथ दा असल दे विच आउण दा जिहड़ा असल विद्वान दूजा ढंग मनदे आ, ਉਹ ਇਹ ਮੰਨਦੇ ਆ ਜਿੱਥੇ ਬਹਿ ਕੇ ਭਗਤੀ ਕੀਤੀ, ਉਸ ਸਾਧੂ ਨੇ ਤਪੱਸਿਆ ਕੀਤੀ, ਆਪਣੇ ਆਪ ਨੂੰ ਉੱਥੇ ਬਿਠਾ ਕੇ ਆਰਾਧਨਾ ਵਿੱਚ ਜ਼ਿੰਦਗੀ ਬਤੀਤ ਕੀਤੀ, ਉੱਥੇ ਤੀਰਥ ਬਣਿਆ। ਜਾਂ ਤੀਜੇ ਨੰਬਰ ਤੇ ਉੱਥੇ ਉਹ ਬਣਦਾ ਤੀਰਥ ਜਿੱਥੇ ਉਹਨੇ ਆਪਣਾ ਸਰੀਰ ਛੱਡਿਆ ਹੋਵੇ, ਆਪਣੇ ਸਰੀਰ ਨੂੰ ਤਿਆਗਿਆ ਹੋਵੇ। ਬਸ ਇਹੀ ਕਹਾਣੀ ਹੈ। ਫਿਰ ਸੰਸਾਰ ਜਿਹੜਾ ਉਸ ਧਰਤੀ ਉਸ ਜਗ੍ਹਾ ਦੇ ਨਾਲ ਜੁੜ ਜਾਂਦਾ ਹੈ। उस जगह दे नाल उन्होंने उस धरती नूं नमस्कार क्यों करता है? क्योंकि नमस्कार वो तां करता है क्योंकि इत्थे बैठ के किसी ने अपने हिरदे दे अंदर परमात्मा दे नाम नूं ध्याया ते नाम नूं ध्याउण वाले ने इस धरती दीयां तरंगां नूं बदल के रख दिता। वैसे एक होर बेनती करां, जिथे परमात्मा दा नाम जपिया जाएगा ना, जिथे मान लो बाणी पढ़ी जाएगी, जिथे बाणी सुनी जाएगी, उस विद्वानां दा ये मनना है कि भी उस आले दुआले दियां तरंगां वैसी बदल जांदियां ने, उस आले दुआले दियां तरंगां वैसी बदल जांदियां ने। जिवें उदाहरण पक्षों जिथे चंदन होएगा, बाणी विच चंदन दा जिक्र आउंदा है, जिथे चंदन होएगा, हुण चंदन दी खुशबू जिहड़ी है अपने आले दुआले दा जिहड़ा ओरा है उहदा उहनूं भी खुशबूदार कर देगा। चंदन दे अंदर एक गुण है, एक तत्त है उहदे अंदर, वो अपने आले दुआले नूं खुशबूदार बना देगा। ते परमात्मा दी भगती बह के हिरदे दे अंदर करन वाला सतगुरु जी कहंदे अपने आले दुआले नूं बदल के रख दिंदा है। बस गल इन्नी कु है, राम नाम उर मैं गयो, किदे हिरदे दे अंदर परमात्मा दा नाम गया। चलो सुखमनी साहिबाणी दे अंदर धन गुरु अर्जन देव महाराज जी दा एक बड़ा प्यारा बचन पढ़दे सी। जदों सुखमनी साहिब दी आरंभता हुंदी है ते रहाऊ दा बंद आउंदा है, उस रहाऊ दे बंद दे अंदर धन गुरु अर्जन देव महाराज कृपा करदे आ। सतगुरु जी कहंदे किदे हिरदे दे अंदर परमात्मा रहिंदा है, राम नाम उर मैं गयो, जाकै सम नहीं कोई। सतगुरु जी कहंदे आ इस पंक्ति दे विचों पहचानण दी कोशिश करी। बचन आपां पढ़दे आ, सुखमनी सुख अमृत प्रभ नाम। सुखमनी दे अर्थ की है जी भला?
ਮਨ ਨੂੰ ਸੁੱਖ ਦੇਣ ਵਾਲੀ। ਆਪਾਂ ਇਹੀ ਨਾਮ ਲੈਂਦੇ ਹਾਂ ਤੇ ਵਿਦਵਾਨਾਂ ਨੇ ਅਰਥ ਵੀ ਇਹਦੇ ਇਹੀ ਕੀਤੇ ਆ ਕਿ ਵੀ ਜਿਹਨੂੰ ਪੜ੍ਹਿਆ ਮਨ ਨੂੰ ਸੁੱਖ ਮਿਲ ਜਾਏ ਉਹਨੂੰ ਕਹਿੰਦੇ ਆ ਸੁਖਮਨੀ। ਸੁਖਮਨੀ ਸਾਹਿਬ ਦੇ ਅਰਥ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਾਮ ਨਾਮ ਉਰ ਮੈਂ ਗਇਓ। ਉਹਨਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਵਾਸ ਹੋ ਗਿਆ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਧਿਆ ਲਿਆ। ਇੱਕ ਬਚਨ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ, ਫਿਰ ਦੁਬਾਰਾ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ। ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦਾ ਪਾਵਨ ਬਚਨ ਇਸ ਗੱਲ ਤੇ ਉਹ ਟੁਕਦਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਧਿਆਇਆ। ਚਲੋ ਬਚਨ ਬੜਾ ਮਹਿੰਗਾ ਹੈ, ਬੜਾ ਕਮਾਲ ਦਾ ਬਚਨ ਹੈ। ਵੈਸੇ ਸਤਿਗੁਰੂ ਜੀ ਦੀ ਸਾਰੀ ਬਚਨ ਹੀ ਬੜੇ ਕਮਾਲ ਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹਨਾਂ ਬਚਨਾਂ ਨੂੰ ਤਾਂ ਹੀਰੇ ਜਿੱਤ ਜੜਾਓ। ਐਸੇ ਬਚਨ ਨੇ, ਇਹਨਾਂ ਨੂੰ ਤੇ ਆਪਣੇ ਹੀਰੇ ਹਿਰਦੇ ਦੇ ਅੰਦਰ ਜੜਾ ਕੇ ਤੂੰ ਰੱਖ ਲੈ, ਕਿਉਂਕਿ ਬਾਰ-ਬਾਰ ਤੈਨੂੰ ਇਹਦੀ ਲੋੜ ਪਏਗੀ। ਜਿਵੇਂ ਦੁਨਿਆਵੀ ਹਰੇਕ ਚੀਜ਼ ਦੀ ਬਾਰ-ਬਾਰ ਸਾਨੂੰ ਲੋੜ ਪੈਂਦੀ ਹੈ। ਜੇ ਤੂੰ ਸੰਸਾਰ ਤੇ ਵਿਚਰਨਾ ਹੈ, ਧਰਮ ਦੀ ਦੁਨੀਆ ਵਿੱਚ ਵਿਚਰਨਾ ਹੈ, ਸਤਿਗੁਰੂ ਜੀ ਕਹਿੰਦੇ ਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਇਸ ਤਰ੍ਹਾਂ ਜੜ ਲੈ ਜਿਵੇਂ ਕਿਸੇ ਨੇ ਆਪਣੇ ਮਹਿਲਾਂ ਦੇ ਵਿੱਚ ਹੀਰੇ ਮੋਤੀ ਜੜੇ ਹੁੰਦੇ ਆ। ਇਸ ਤਰ੍ਹਾਂ ਬਚਨ ਸਾਂਝਾ ਕਰਨ ਲੱਗਾ ਸਾਂ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਰਾਮ ਨਾਮ ਉਰ ਮੈਂ ਗਇਓ, ਇਹਨੂੰ ਯਾਦ ਰੱਖਿਓ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰਾ ਹੀਰਾ ਰਤਨ, ਹੀਰਾ ਦਾ ਅਰਥ ਹੈ ਹਿਰਦਾ, ਉਰ ਭਾਵ ਮੇਰਾ ਅੰਦਰ ਆਤਮਾ। ਮੇਰਾ ਹੀਰਾ ਰਤਨ ਨਾਮ ਹਰ ਬਸਿਓ, ਮੇਰੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ। ਗੁਰ ਹਾਥ ਧਰਿਓ ਮੇਰੇ ਮਾਥਾ। ਗੁਰੂ ਨੇ ਬੜੀ ਕਿਰਪਾ ਕੀਤੀ। ਵੈਸੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਤਾਂ ਹੀ ਆ ਸਕਦਾ ਜੇ ਗੁਰੂ ਕਿਰਪਾ ਕਰੇ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਤੇ ਕੁਝ ਵੀ ਨਹੀਂ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਤਾਂ ਇੱਕ ਖੁਸ਼ੀ ਨਹੀਂ ਆਪਾਂ ਲੈ ਸਕਦੇ। ਆਪਾਂ ਬਚਨ ਪੜ੍ਹਦੇ ਹਾਂ ਨਾ ਸਤਿਗੁਰੂ ਜੀ ਦਾ, ਕਈ ਵਾਰ ਬੜੇ ਸ਼ੌਂਕ ਦੇ ਨਾਲ ਤੇ ਬੜੇ ਪਿਆਰ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਵੀ ਆਹ ਬਚਨ ਪੜ੍ਹ ਦਿਓ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਜੇ ਉਹਦੀ ਨਦਰ ਹੋਵੇ ਤਾਂ ਉਸ ਤਰ੍ਹਾਂ ਨਹੀਂ। ਪਰ ਦੂਜੀ ਬੇਨਤੀ ਇਹ ਵੀ ਨਾਲ ਸੁਣਿਓ, ਜਿਹਦੇ ਤੇ ਉਹ ਨਦਰ ਕਰ ਦਵੇ ਤੇ ਸਤਿਗੁਰੂ ਜੀ ਕਹਿੰਦੇ ਪਲ ਦੇ ਵਿੱਚ ਉਹਨੂੰ ਤਾਰ ਕੇ ਵੀ ਰੱਖ ਦਿੰਦਾ। ਜਪਜੀ ਸਾਹਿਬ ਬਾਣੀ ਵਿੱਚ ਬਚਨ ਪੜ੍ਹਦੇ ਹੋ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਰਾਮ ਨਾਮ ਉਰ ਮੈਂ ਗਇਓ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹਨੇ ਪਰਮਾਤਮਾ ਨੇ ਨਾਮ ਆਪਣਾ ਵਸਾ ਦਿੱਤਾ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਬੇਨਤੀ ਕਰਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰਾ ਹੀਰਾ ਰਤਨ ਨਾਮ ਹਰ ਬਸਿਓ, ਗੁਰ ਹਾਥ ਧਰਿਓ ਮੇਰਾ ਮਾਥਾ। ਤੇ ਜਦੋਂ ਗੁਰੂ ਨੇ ਕਿਰਪਾ ਕੀਤੀ, ਮੇਰੇ ਮੱਥੇ ਤੇ ਹੱਥ ਧਰਿਆ, ਮੇਰੇ ਹਿਰਦੇ ਦੇ ਵਿੱਚ ਨਾਮ ਆ ਗਿਆ। ਫਿਰ ਐਸੀ ਕਿਰਪਾ ਗੁਰੂ ਦੀ ਵਾਪਰੀ। ਸਤਿਗੁਰੂ ਜੀ ਕਹਿੰਦੇ ਹਿਰਦੇ ਦੇ ਅੰਦਰ ਨਾਮ ਆਇਆ, ਹਿਰਦੈ ਨਾਮ ਬਸਾਇਓ, ਘਰ ਬੈਠੇ ਗੁਰੂ ਧਿਆਇਓ, ਰਾਮ ਨਾਮ ਉਰ ਮੈਂ ਗਹਿਓ। ਜਦੋਂ ਹਿਰਦੇ ਦੇ ਅੰਦਰ ਨਾਮ ਆ ਜਾਣਾ, ਸੱਚ ਇਹ ਵੇ ਹਿਰਦੇ ਦੇ ਅੰਦਰ ਆਇਆ ਪਰਮਾਤਮਾ ਦਾ ਨਾਮ, ਬੰਦਾ ਜਿੱਥੇ ਮਰਜੀ ਬੈਠਾ ਹੋਵੇ, ਜਿੱਥੇ ਮਰਜੀ ਤੁਰਦਾ ਫਿਰਦਾ ਹੋਵੇ, ਜਿੱਥੇ ਮਰਜੀ ਖਾਂਦਾ ਪਹਿਨਦਾ ਹੋਵੇ, ਸਤਿਗੁਰੂ ਜੀ ਕਹਿੰਦੇ ਆ ਐਸਾ ਨਾਮ ਹਿਰਦੇ ਵਿੱਚ ਵਸਦਾ। ਫਿਰ ਖਾਂਦੇ ਨੂੰ ਵੀ ਯਾਦ, ਪੀਂਦੇ ਨੂੰ ਵੀ ਯਾਦ, ਪਹਿਨਦੇ ਨੂੰ ਵੀ ਯਾਦ, ਜ਼ਿੰਦਗੀ ਦੇ ਹਰੇਕ ਕਰਮ ਦੇ ਅੰਦਰ ਪਰਮਾਤਮਾ ਦੀ ਫਿਰ ਯਾਦ ਰਹਿੰਦੀ ਹੈ। ਚਲੋ ਕਈ ਵਾਰ ਆਪਾਂ ਇੱਕ ਉਦਾਹਰਨ ਲੈਂਦੇ ਹਾਂ, ਇਸ ਬਚਨ ਨੂੰ ਵਿਚਾਰਦੇ ਹਾਂ। ਜਿਵੇਂ ਮਾਂ, ਕਿਉਂਕਿ ਮਾਂ ਦੀ ਜਿਹੜੀ ਯਾਦ ਹੈ ਨਾ, ਬੱਚਾ ਭਾਵੇਂ ਬੜੀ ਦੂਰ ਬੈਠਾ ਹੋਵੇ, ਬਾਰ-ਬਾਰ ਉਹਨੂੰ ਇੱਕੋ ਫਿਕਰ ਰਹਿੰਦਾ ਹੈ, ਇਹਨੇ ਰੋਟੀ ਖਾਧੀ, ਇਹਨੇ ਆ ਕੀਤਾ, ਇਹਨੇ ਆ ਕੀਤਾ। ਹਰੇਕ ਪੱਖ ਤੋਂ ਉਹਦੀਆਂ ਯਾਦਾਂ ਆਪਣੇ ਬੱਚੇ ਨਾਲ ਜੁੜੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਜਿਹੜਾ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸਾ ਲਏ, ਉਹ ਇੱਕ ਪਲ ਵੀ ਫਿਰ ਗੁਰੂ ਤੋਂ ਬਿਨਾਂ ਰਹਿੰਦਾ ਨਹੀਂ। ਝੱਖੜ ਚੁੱਲ ਜਾਣ ਮੀਂਹ ਵਰਸ ਜਾਏ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ। ਉਹ ਫਿਰ ਗੁਰੂ ਦਾ ਪੱਲਾ ਨਹੀਂ ਛੱਡਦਾ, ਹਰ ਵੇਲੇ ਫਿਰ ਗੁਰੂ ਦੀ ਯਾਦ ਵਿੱਚ ਰਹਿੰਦਾ। ਰਾਮ ਨਾਮ ਉਰ ਮੈਂ ਗਇਓ, ਉਹਦਾ ਜੀਵਨ ਤਾਂ ਸਗੋਂ ਬਣ ਜਾਂਦਾ ਜੀਅ ਰੇ ਓਲਾ ਨਾਮ ਕਾ।
बस ਉਹਨੂੰ ਫਿਰ ਸਹਾਰਾ ਹੀ ਨਾਮ ਦਾ ਹੁੰਦਾ ਹੈ, ਦੂਜਾ ਜ਼ਿੰਦਗੀ 'ਚ ਫਿਰ ਕੋਈ ਉਹਦੇ ਸਹਾਰਾ ਹੁੰਦਾ ਹੀ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਰਾਮ ਨਾਮ ਉਰ ਮੈਂ ਗਇਓ। ਤੇ ਦੂਜੀ ਨਾਲ ਸਤਿਗੁਰੂ ਜੀ ਅੱਗੇ ਬਚਨ ਵਿੱਚ ਕਹਿੰਦੇ ਆ ਜਾ ਕੇ ਸਮ ਨਹੀਂ ਕੋਏ। ਹੁਣ ਮੈਂ ਬੇਨਤੀ ਕਰਾਂ, ਗੁਰੂ ਦੇ ਨਾਮ ਦੇ ਬਰਾਬਰ ਦੂਜੀ ਕੋਈ ਤਾਕਤ ਨਹੀਂ ਹੈ। ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਕਿ ਵੀ ਆਹ ਤਾਕਤ ਨਹੀਂ। ਪਰਮਾਤਮਾ ਜਿੱਥੇ ਉਹਦੀ ਪੋਜੀਸ਼ਨ ਹੈ, ਜਿੱਥੇ ਪਰਮਾਤਮਾ ਦਾ ਰੁਤਬਾ ਹੈ, ਉਸ ਪਰਮਾਤਮਾ ਦੇ ਰੁਤਬੇ ਦੇ ਤੁੱਲ ਦੂਜਾ ਰੁਤਬਾ ਕੋਈ ਨਹੀਂ ਹੋ ਸਕਦਾ। ਕਿਉਂ? ਉਹਦਾ ਵੀ ਇੱਕ ਕਾਰਨ ਹੈ, ਕਿਉਂਕਿ ਪਰਮਾਤਮਾ ਨੇ ਆਪਣੇ ਵਰਗਾ ਕੋਈ ਬਣਾਇਆ ਹੀ ਨਹੀਂ। ਹੁਣ ਬੰਦਾ ਆਪਣੇ ਵਰਗਾ ਦੂਜਾ ਬਣਾ ਕੇ ਉਹਨੂੰ ਗੱਦੀ ਨਸ਼ੀਨ ਕਰ ਦਿੰਦਾ, ਕਹਿੰਦਾ ਇਹ ਮੇਰੇ ਵਰਗਾ ਹੀ ਹੈ, ਇਹੀ ਹੁੰਦਾ ਨਾ ਜੀ। ਪਰ ਰੱਬ ਨੇ ਆਪਣੇ ਵਰਗਾ ਕੋਈ ਬਣਾਏ ਨੇ, ਜੇ ਬਣਾਇਆ ਹੈ ਤੇ ਗੁਰੂ ਹੀ ਬਣਾਇਆ, ਸਾਧੂ ਹੀ ਬਣਾਇਆ ਤੇ ਨਾਮ ਨੂੰ ਹੀ ਬਣਾਇਆ, ਇਹਨਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਬਣਾਇਆ। ਸੋ ਬੇਨਤੀ ਕਰਾਂ, ਜਾ ਕੇ ਸਮ ਨਹੀਂ ਕੋਏ, ਉਹਦੇ ਬਰਾਬਰ ਕੋਈ ਨਹੀਂ। ਜੇ ਕੋਈ ਆਖੇ ਕਿ ਮੈਂ ਉਹਦੀ ਬਰਾਬਰੀ ਕਰਾਂ, ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਜਿੱਥੇ ਪਰਮਾਤਮਾ ਦੀ ਥਾਂ ਹੈ ਉਹ ਪਰਮਾਤਮਾ ਦੀ ਥਾਂ ਹੈ, ਉਸ ਥਾਂ ਨੂੰ ਕੋਈ ਲੈ ਨਹੀਂ ਸਕਦਾ। ਦੁਨੀਆ ਦੇ ਅੰਦਰ ਜਿਸ ਬੰਦੇ ਦਾ ਰੁਤਬਾ ਜਿੱਥੇ ਹੈ, ਉਸ ਰੁਤਬੇ ਤੱਕ ਪਹੁੰਚਣ ਦੇ ਲਈ ਅੱਗੇ ਉਹਨੂੰ ਮਸ਼ੱਕਤ ਘਾਲਣੀ ਪੈਂਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਰੱਬਾ ਤੇਰੇ ਤੱਕ ਲੋਕ ਮਸ਼ੱਕਤਾਂ ਘਾਲਦੇ ਮਰ ਜਾਂਦੇ ਆ, ਪਰ ਤੇਰੇ ਤੱਕ ਕੋਈ ਪਹੁੰਚ ਨਹੀਂ ਸਕਦਾ। ਕਿਉਂ? ਉਹਦੀ ਬਰਾਬਰਤਾ ਕਿਉਂ ਨਹੀਂ ਹੈ ਭਲਾ? ਕਿਉਂਕਿ ਉਹ ਰੂੜੋ ਗੂੜੋ ਗੈਰ ਗੰਭੀਰੋ ਉੱਚੋ ਅਗੰਮ ਅਪਾਰੇ, ਉਹ ਸਾਡੇ ਤੋਂ ਬੜਾ ਉੱਚਾ ਹੈ, ਜਿਹਦੇ ਬਾਰੇ ਰੋਜ਼ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਇੰਨਾ ਵੱਡਾ ਉਹ ਪਰਮਾਤਮਾ, ਇੰਨਾ ਅਗੰਮ ਹੈ, ਉਹਦੇ ਬਾਰੇ ਤੇ ਉਹਦੀ ਬਰਾਬਰੀ ਦੀ ਤੇ ਗੱਲ ਛੱਡ, ਤੂੰ ਉਹਦੇ ਬਾਰੇ ਜਾਣ ਵੀ ਨਹੀਂ ਸਕਦਾ, ਉਹਦੇ ਬਾਰੇ ਉਹਦੀ ਪਹਿਚਾਣ ਕਰਨ ਤੋਂ ਸਮਰਥ ਹੋ ਜਾਏਗਾ। ਕਿਉਂ? ਗੁਰੂ ਨਾਨਕ ਮਹਾਰਾਜ ਕਹਿੰਦੇ ਆ ਵੱਡੇ ਕੀਆਂ ਵਡਿਆਈਆਂ, ਉਹ ਬੜਾ ਵੱਡਾ ਹੈ, ਉਹਦੀ ਬਰਾਬਰੀ ਛੱਡ, ਉਹਦੀਆਂ ਤੇ ਵਡਿਆਈਆਂ ਹੀ ਕਹਿਣ ਵਿੱਚ ਨਹੀਂ ਆ ਰਹੀਆਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਕੁਝ ਵੀ ਨਹੀਂ। ਇੱਥੋਂ ਤੱਕ ਸਤਿਗੁਰੂ ਜੀ ਕਹਿੰਦੇ ਆ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਇੱਥੋਂ ਤੱਕ ਸਤਿਗੁਰੂ ਜੀ ਕਹਿ ਦਿੰਦੇ ਆ ਉਹਦੀ ਬਰਾਬਰੀ ਨਹੀਂ ਤੂੰ ਕਰ ਸਕਦਾ। ਜਿੱਥੇ ਰੱਬ ਦੀ ਥਾਂ ਹੈ, ਰੱਬ ਦੀ ਬਰਾਬਰੀ ਪਤਾ ਕਿਉਂ ਨਹੀਂ ਆਪਾਂ ਕਰ ਸਕਦੇ? ਉਹਦੇ ਪਿੱਛੇ ਇੱਕ ਹੋਰ ਕਾਰਨ ਹੈ, ਕਿਉਂਕਿ ਸੰਸਾਰ ਦੇ ਅੰਦਰ ਰੱਬ ਨੇ 3 ਗੁਣ ਬਣਾਏ ਆ। ਉਹ 3 ਗੁਣ ਕਿਹੜੇ ਆ ਭਲਾ? ਚਲੋ ਵੈਸੇ ਤਾਂ 2 ਰੂਪ ਨੇ, 3 ਗੁਣ ਨੇ। ਉਹ 2 ਰੂਪ ਵੀ ਸਾਂਝੇ ਕਰਾਂਗਾ, 3 ਗੁਣ ਵੀ ਸਾਂਝੇ ਕਰਾਂਗਾ। ਪਹਿਲਾਂ ਰੱਬ ਦੇ 3 ਗੁਣ, ਰੱਬ ਦੀ ਬਰਾਬਰੀ ਕਿਉਂ ਨਹੀਂ ਕਰ ਸਕਦੇ? ਰੱਬ ਦੇ 3 ਗੁਣ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਤਿੰਨੇ ਹੀ ਮਾਇਆ ਦੇ ਗੁਣ ਨੇ, ਤਿੰਨੇ ਹੀ ਮਾਇਆ ਦੇ ਗੁਣ ਨੇ। ਤੇ ਰੱਬ ਨੇ ਜਦੋਂ ਇਹ ਤਿੰਨਾਂ ਗੁਣਾਂ ਨੂੰ ਬਣਾਇਆ, ਜਾ ਕੇ ਸਮ ਨਹੀਂ ਕੋਏ, ਜਦੋਂ ਇਹਨਾਂ ਤਿੰਨਾਂ ਗੁਣਾਂ ਨੂੰ ਬਣਾਇਆ ਤੇ ਰੱਬ ਨੇ ਇਹਨਾਂ ਤਿੰਨਾਂ ਗੁਣਾਂ ਤੋਂ ਆਪਣੇ ਆਪ ਨੂੰ ਉੱਚਾ ਚੁੱਕ ਲਿਆ। ਕਿਉਂ? ਜੇ ਰੱਬ ਵੀ ਇਹਨਾਂ ਗੁਣਾਂ ਵਿੱਚ ਆ ਜਾਂਦਾ, ਫਿਰ ਰੱਬ ਦੀ ਬਰਾਬਰੀ ਮੇਰੇ ਵਰਗਾ ਉੱਠ ਕੇ ਕੋਈ ਵੀ ਕਰ ਸਕਦਾ ਸੀ, ਤੇ ਲੋਕ ਕਰ ਵੀ ਰਹੇ ਆ। ਮੈਂ ਰੱਬ ਹਾਂ, ਫਲਾਣਾ ਕਹਿੰਦਾ ਮੈਂ ਰੱਬ ਹਾਂ, ਬਸ ਰੋਲਾ ਹੀ ਇਸ ਗੱਲ ਦਾ ਕਿ ਮੈਂ ਰੱਬ ਹਾਂ। ਰੱਬ ਕਦੀ ਕਹਿੰਦਾ ਮੈਂ ਰੱਬ ਹਾਂ? ਉਹ ਤਾਂ ਹੈ ਹੀ ਰੱਬ ਏ। ਇਸ ਕਰਕੇ ਰੱਬ ਨੇ ਨਾ ਰਜੋ ਗੁਣ, ਤਮੋ ਗੁਣ, ਸਤੋ ਗੁਣ ਉਹਦੇ ਵਿੱਚ ਆਪਣੇ ਆਪ ਨੂੰ ਰੱਖਿਆ ਨਹੀਂ, ਇਹਨਾਂ ਤਿੰਨਾਂ ਚੋਂ ਉੱਤੇ ਉੱਠ ਗਿਆ। ਹਾਂ, ਰੱਬ ਦੇ 2 ਗੁਣ ਵੀ ਨਾਲ ਚੱਲਦੇ ਆ ਜਿਨ੍ਹਾਂ ਦੇ ਵਿੱਚ ਰੱਬ ਵਿਚਰਦਾ। ਉਹ 2 ਗੁਣ ਕਿਹੜੇ ਆ? ਪਹਿਲਾ ਗੁਣ, ਇੱਕ ਰੱਬ ਦਾ ਨਿਰਗੁਣ ਰੂਪ ਹੈ ਤੇ ਦੂਜਾ ਰੱਬ ਦਾ ਸਰਗੁਣ ਰੂਪ ਹੈ। ਇੱਕ ਰੂਪ ਰੱਬ ਦਾ ਦਿਸਦਾ ਹੈ ਤੇ ਇੱਕ ਰੱਬ ਦਾ ਰੂਪ ਅਣਦਿਸਦਾ ਹੈ। ਜਿਵੇਂ ਕਈ ਵਾਰ ਇੱਕ ਉਦਾਹਰਨ ਲੈਂਦੇ ਆ ਆਪਾਂ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਰੱਬ ਦਾ ਦਿਸਦਾ ਤੇ ਅਣਦਿਸਦਾ ਰੂਪ ਪ੍ਰਗਟ ਹੋ ਜਾਏਗਾ। ਉਹ ਸਰਗੁਣ ਕਿਵੇਂ ਹੈ, ਨਰਗੁਣ ਕਿਵੇਂ ਹੈ? ਪਹਿਲੀ ਉਦਾਹਰਨ ਦਿੱਤੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਭੂਪ ਮਦ ਜਿਉ ਬਾਸ ਬਸਤ ਹੈ। ਇੱਕੋ ਪੰਕਤੀ ਹੈ, ਗੱਲਾਂ ਦੋਵੇਂ ਵਿੱਚ ਕਰ ਦਿੱਤੀਆਂ। ਜਿਵੇਂ ਕਹਿੰਦੇ ਰੱਬ ਦਾ ਅਣਦਿਸਦਾ ਰੂਪ, ਫੁੱਲ ਦੀ ਉਦਾਹਰਨ ਦੇ ਕੇ, ਭੂਪ ਦਾ ਅਰਥ ਹੁੰਦਾ ਫੁੱਲ। ਜਿਵੇਂ ਫੁੱਲ ਦੇ ਅੰਦਰ ਵਾਸ਼ਨਾ ਤੇ ਹੈ, ਖੁਸ਼ਬੂ ਤਾਂ ਹੈ, ਉਹਨੂੰ ਸੁਗੰਧੀ ਨੂੰ ਕੋਈ ਸੁੰਘ ਕੇ ਮਾਣ ਲਏ, ਕੋਈ ਕਵੇ ਕਿ ਹਾਂ ਇਹ ਸੁਗੰਧਤ ਦੇ ਨਾਲ ਭਰਿਆ ਪਿਆ, ਤੇ ਕੋਈ ਆਖੇ ਵੀ ਨਹੀਂ ਮੈਨੂੰ ਕੱਢ ਕੇ ਵਿਖਾਓ। ਚੇਤੇ ਰੱਖਣਾ ਉਹ ਉਹਦਾ ਅਣਦਿਸਦਾ ਰੂਪ ਹੈ ਤੇ ਅਣਦਿਸਦੇ ਨੂੰ ਕਦੀ ਕੱਢ ਕੇ ਨਹੀਂ ਵਿਖਾਇਆ ਜਾ ਸਕਦਾ। ਦੂਜੀ ਬੇਨਤੀ,
सतगुरु गुरु तेग बहादुर महाराज इसे विच कहंदे आ भूप मद ज्यों बास बसत है। दूजी उदाहरण मुक्कर माए जैसे छाई, आ रब दा दिसदा रूप है। किवें कहंदे जिवें मुक्कर दा अर्थ हुंदा शीशा दर्पण, ਜਿਹੜਾ ਆਪਾਂ ਰੋਜ਼ ਆਪਣੀਆਂ ਸ਼ਕਲਾਂ ਆਪਣੇ ਮੂੰਹ ਵੇਖਦੇ ਆ ਚਿਹਰੇ, ਕਹਿੰਦੇ ਕਿਤੇ ਉਹਦੇ ਵਿੱਚ ਆਪਣੇ ਆਪ ਨੂੰ ਵੇਖੀ ਤੇਰੀ ਪਰਛਾਈ ਦੇ ਵਿੱਚੋਂ ਤੈਨੂੰ ਰੱਬ ਨਜ਼ਰ ਆਏਗਾ। ਉਹ ਰੱਬ ਦਾ ਦਿਸਦਾ ਰੂਪ ਹੈ। ਜਿਵੇਂ ਸੋਹਲਾ ਸਾਹਿਬ ਬਾਣੀ ਤੁਸੀਂ ਪੜ੍ਹਦੇ ਹੋ, ਸੋਹਲਾ ਸਾਹਿਬ ਬਾਣੀ ਦੇ ਅੰਦਰ ਸਤਿਗੁਰੂ ਜੀ ਉੱਥੇ ਰੱਬ ਦੇ ਦਿਸ ਦੇ ਅਣਦਿਸ ਦੇ ਰੂਪ ਨੂੰ ਪ੍ਰਗਟ ਕਰਦੇ ਆ। ਭਾਵ ਉੱਥੇ ਦਿਸਦਾ ਰੂਪ ਸੈਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸੈਸ ਮੂਰਤ ਨਨਾ ਏਕ ਤੋਗੀ, ਸੈਸ ਪਦ ਬਿਮਲ ਨਨ ਪਦ ਏਕ ਗੰਧ ਬਿਨ, ਸੈਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਆ ਸੈਸ ਤਵ ਨੈਨ ਨੈਨ ਹੈ ਤੋਏ ਕੋ, ਇਹ ਰੱਬ ਦਾ ਦਿਸਦਾ ਰੂਪ ਪ੍ਰਗਟ ਕਰ ਦਿੱਤਾ। ਤੇ ਦੂਜੇ ਪਾਸੇ ਕਹਿ ਦਿੱਤਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਉਹ ਜੋਤ ਸਭ ਦੇ ਅੰਦਰ ਹੈ ਪਰ ਦਿਸਦੀ ਕਿਸੇ ਦੀ ਨਹੀਂ, ਆ ਉਹਦਾ ਅਣਦਿਸਦਾ ਰੂਪ ਹੈ। ਸਤਿਗੁਰੂ ਜੀ ਕਹਿੰਦੇ ਆ ਇਸੇ ਕਰਕੇ ਜਾਕੈ ਸਮ ਨਹੀਂ ਕੋਏ, ਰੱਬ ਇਹਨਾਂ ਰੂਪਾਂ ਦੇ ਵਿੱਚ ਵਰਤਦਾ ਹੈ। ਤੇ ਲਾਸਟ ਵਿੱਚ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਜੇ ਸਿਮਰਤ ਸੰਕਟ ਮਿਟੈ, ਜਿਹੜਾ ਰੱਬ ਨੂੰ ਜਪਦਾ, ਜੇ ਦਾ ਅਰਥ ਹੈ ਜੀ ਜਿਸ ਨੇ ਹਰੀ ਪਰਮਾਤਮਾ ਨੂੰ ਸਿਮਰਿਆ, ਹਰੀ ਪਰਮਾਤਮਾ ਨੂੰ ਅਰਾਧਿਆ। ਜੇ ਸਿਮਰਤ, ਗੱਲ ਇਹ ਹੈ ਕਿ ਵੀ ਸਿਮਰਨ ਦੇ ਨਾਲ ਹੀ ਕਸ਼ਟ ਦੂਰ ਹੋਣੇ ਆ, ਦੁੱਖ ਦੂਰ ਹੋਣੇ ਆ। ਤੇ ਮੇਰੇ ਵਰਗਾ ਆਖੇ ਕਿ ਵੀ ਮੈਂ ਕਰਾਂ ਕੁਝ ਨਾ ਤੇ ਮੇਰਾ ਦੁੱਖ ਵੀ ਚਲਾ ਜਾਏ, ਇਸ ਤਰ੍ਹਾਂ ਨਹੀਂ। ਜਿਵੇਂ ਉਦਾਹਰਨ ਮੈਂ ਆਖਾਂ ਕਿ ਵੀ ਮੈਨੂੰ ਰੋਗ ਲੱਗ ਗਿਆ, ਮੈਂ ਡਾਕਟਰ ਦੀ ਦਵਾਈ ਨਾ ਖਾਵਾਂ, ਡਾਕਟਰ ਦੀ ਸਲਾਹ ਨਾ ਲਵਾਂ ਤੇ ਮੇਰੇ ਅੰਦਰੋਂ ਰੋਗ ਚਲਾ ਜਾਏ, ਚਲੋ ਇਸ ਤਰ੍ਹਾਂ ਕਦੀ ਨਹੀਂ ਹੁੰਦਾ। ਦਵਾਈ ਬੰਦਾ ਨਾ ਲਵੇ, ਸਲਾਹ ਨਾ ਲਵੇ ਤੇ ਰੋਗ ਚਲਾ ਜਾਵੇ। ਰੋਗ ਭਜਾਉਣ ਦੇ ਲਈ, ਰੋਗ ਦੂਰ ਕਰਨ ਦੇ ਲਈ ਚੇਤੇ ਰੱਖਣਾ ਡਾਕਟਰ ਬਣਿਆ, ਡਾਕਟਰ ਨੇ ਦਵਾਈਆਂ ਤਿਆਰ ਕੀਤੀਆਂ ਨੇ, ਰੋਗ ਦੂਰ ਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਜੇ ਚਾਹੁੰਦਾ ਆਪਣੇ ਅੰਦਰ ਦੇ ਸੰਕਟ, ਆਪਣੇ ਅੰਦਰ ਦੇ ਦੁੱਖ ਦੂਰ ਕਰਨੇ, ਫਿਰ ਰੱਬ ਦੇ ਸਿਮਰਨ ਵਾਲੇ ਪਾਸੇ ਆ ਜਾ। ਇੱਕ ਉਦਾਹਰਨ ਸਿਰਫ ਮੈਂ ਆਪ ਜੀ ਨੂੰ ਚੌਪਈ ਸਾਹਿਬਾਣੀ ਦੇ ਅੰਦਰੋਂ, ਉਹਦੇ ਵਿੱਚ ਸਤਿਗੁਰੂ ਜੀ ਨੇ ਉਹ ਲਾਸਟ ਵਾਲੇ ਸ਼ਬਦਾਂ ਵਿੱਚ ਸਾਰਾ ਕੁਝ ਹੀ ਸਪਸ਼ਟ ਕਰ ਦਿੱਤਾ ਹੈ। ਫਿਰ ਸਮਾਪਤੀ ਕਰਾਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ, ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੀਂ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਜੇ ਸਿਮਰਤ ਸੰਕਟ ਮਿਟੈ। हे ਵਾਹਿਗੁਰੂ, ਜਿਨ੍ਹਾਂ ਨੇ ਇੱਕ ਵਾਰੀ ਤੇਰੇ ਪਰਮਾਤਮਾ ਤੇਰੇ ਨਾਮ ਦੀ ਸੰਭਾਲ ਕਰ ਲਈ, ਉਹਨਾਂ ਦੇ ਦੁੱਖਾਂ ਨੂੰ ਤੂੰ ਕੱਟ ਦਿੰਦਾ, ਉਹਨਾਂ ਦੇ ਦੁੱਖ ਕੱਟੇ ਜਾਂਦੇ ਆ। ਭਾਵੇਂ ਉਹ ਬਾਹਰੀ ਹੋਣ, ਤੈਨੂੰ ਉਹ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਵੀ ਅਸਲ ਵਿੱਚ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ, ਨਾਮ ਜਪਣ ਲੱਗ ਗਿਆ। ਤੇ ਲਾਸਟ ਵਿੱਚ ਉਹਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲੇਹੋ ਉਬਾਰੀ, ਸਰਬ ਠੋਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਫਿਰ ਉਹ ਆਪਣੇ ਆਪ ਬਚਾ ਲੈਂਦਾ, ਆਪਣੀ ਰਹਿਮਤ ਆਪਣੀ ਬਖਸ਼ਿਸ਼ ਕਰਦਾ ਜੇ ਸਿਮਰਤ ਸੰਕਟ ਮਿਟੈ। ਤੇ ਲਾਸਟ ਵਿੱਚ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦਰਸ ਤੁਹਾਰੋ ਹੋਏ, ਇਹ ਵਾਹਿਗੁਰੂ ਫਿਰ ਉਹਨੂੰ ਤੇਰੇ ਦਰਸ਼ਨ ਹੋ ਜਾਂਦੇ ਆ। ਜਿਹੜਾ ਬੜੇ ਚਿਰਾਂ ਦੀ ਅੰਦਰ ਦਰਸ਼ਨਾਂ ਦੀ ਤਾਂਘ ਲੈ ਕੇ ਬੈਠਾ ਸੀ, ਉਹਨੇ ਤੇਰੇ ਦਰਸ਼ਨ ਕਰ ਲਏ। ਬੇਨਤੀ ਕਰਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰੂ ਜੀ ਨੇ ਸ਼ੁਰੂਆਤ ਕੀਤੀ ਸੀ ਇਸ ਬਚਨ ਤੋਂ ਜਿਹੜਾ ਆਪਾਂ ਆਰੰਭਤਾ ਵੇਲੇ ਪੜ੍ਹਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਸਤਿਗੁਰੂ ਜੀ ਨੇ ਇੱਥੋਂ ਆਰੰਭਤਾ ਕੀਤੀ ਕਿ ਤੂੰ ਰੱਬ ਦੇ ਗੁਣ ਨਹੀਂ ਗਾਉਂਦਾ, ਆਪਣਾ ਜਨਮ ਵਿਅਰਥਾ ਕਰ ਰਿਹਾ। ਹੌਲੀ ਹੌਲੀ ਤੁਰਦੇ ਤੁਰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੈਰਾਗ ਦੀਆਂ ਗੱਲਾਂ ਕਰਦੇ ਕਰਦੇ ਲਿਆ ਕੇ ਸਾਨੂੰ ਉਸ ਪਰਮਾਤਮਾ ਦੇ ਦਰਸ਼ਨਾਂ 'ਤੇ ਖੜਾ ਕਰ ਦਿੱਤਾ। ਤੈਨੂੰ ਦਰਸ਼ਨ ਹੋ ਸਕਦੇ ਆ, ਬਸ ਗੱਲ ਇੰਨੀ, ਪਰਮਾਤਮਾ ਦੇ ਨਾਮ ਨੂੰ ਜਪ। ਤਕਰੀਬਨ 2.5-3 ਮਹੀਨੇ ਤੋਂ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਸੀ, ਜਿਸ ਦੀ ਅੱਜ ਸਮਾਪਤੀ ਹੋਈ। ਆਪ ਸਭ ਸੰਗਤਾਂ ਨੇ ਜਿਹੜੇ ਰੋਜ਼ ਆਉਂਦੇ ਰਹੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜੇ ਕਦੀ ਕਦੀ ਆਉਂਦੇ ਰਹੇ, ਉਹਨਾਂ ਦਾ ਵੀ ਬੜਾ ਧੰਨਵਾਦ। ਕੋਸ਼ਿਸ਼ ਕਰਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਦੀ, ਤਾਂ ਕਿ ਇਸੇ ਤਰ੍ਹਾਂ ਆਪਾਂ ਬਾਣੀ ਪੜ੍ਹਦੇ ਸੁਣਦੇ ਤੇ ਵਿਚਾਰਦੇ ਰਹੀਏ। ਸੰਗਤਾਂ ਵੱਲੋਂ ਕੁਝ ਕੁ ਹੁਕਮ ਹੋਏ ਸਨ,
इस तो बाद भगत फरीद जी दे या भगत कबीर जी दे सलोकां दी आरंभता करनी। सो मैं बेनती कीती सी कि भी आपां हजे नहीं 1 तरीक तो बाद भगत फरीद जी या भगत कबीर जी दे सलोकां दी विचार आरंभ करांगे, क्योंकि अगे 400 साला धन गुरु तेग बहादुर महाराज जी का प्रकाश पुरब आ रहा है। कल तो गुरु तेग बहादुर महाराज जी के जीवन की इतिहास की जो एक लड़ी है उन्होंने आपां सांझी करांगे, ताकि जिथे उन्होंने दे सलोक आपां नबेड़िया विचार कीती है, माफ़ करना शब्द नबेड़िया वरत्या, विचार कीती, उत्थे नाल इतिहास भी आपां साझा करांगे, ताकि इतिहास भी साडे हिरदियां च पै जाए। सो सतगुरु दाता कृपा करे। एक बेनती होर करदे आं, इन्हां शब्दां दे विचार करदे आं मैं अक्सर करदा हुन्ना बेनती, जिस किसी दे हिरदे दे अंदर कोई सवाल कोई भी पैदा होया होवे, विचार करते हैं कि भी इत्थे मैनू आ समझ नहीं आया, इत्थे मैनू आ समझ नहीं लगी, जिथे मर्जी तुसी मैनू खिलार के जिथे मर्जी बिठा के उन्हां बारे तुसी पुछ सकते हो, मैं उहदा जवाब देने का हकदार हाँ। वैसे सारी कथा यूट्यूब के उत्ते पई हुई है, तुसी उत्थे भी सुन सकते हो। भुल्लां दी खिमा, आप सब का धन्नवाद। वाहिगुरू जी का खालसा, वाहिगुरू जी की फतेह। राम कली महला तीजा। आनंद एक ओंकार सतगुर प्रसाद, आनंद पया मेरी माए सतगुरु मैं पाया, सतगुर तां पाया सहज सेती मन वजियां वादाइयां। राग रतन परवार परियां शब्द गावण आईयां, शब्दों गावो हरि केरा मन जिनी वसाया। कह नानक आनंद होआ सतगुरु मैं पाया, ए मन मेरेया तू सदा रहो हर नाले, हर नाल रहो तू मन मेरे दुख सब विसारना। अंगीकार ओ करे तेरा कारज सब सवारना, सबना गल्लां समरस स्वामी सो क्यों मन विसारे। कह नानक मन मेरे सदा रहो हर नाले, साचे साहिबा क्या नहीं कर तेरे, घर तां तेरे सब किछ है जिस दे सो पावे। सदा सिफत सलाह तेरी नाम मन वसावे, नाम जिनकै मन वसया वाजे शब्द कनेरे। कह नानक सच्चे साहिब क्या नहीं करते रह, साचा नाम मेरा आधारो, साच नाम आधार मेरा जिन भुखा सब गवाइयां। कर शान सुख मनाए वसया जिन इच्छा सब पुजाइयां। सदा कुर्बान किता गुरु विटों जिस दियां ए वड्डियाइयां। कह नानक सुनो संतो शब्द रो प्यारो, साचा नाम मेरा आधारो। वाजे पंच शब्द तित कार सपागै, कार सपागै शब्द वाजे कला जित कर तारिया। पंच दूत उदवास कीते काल कंटक मारिया, तुर करम पाया तुद जिन को से नाम हर कै लागे। कह नानक तै सुख होआ तित कर अनहद वाजे, आनंद सुनो वडभागी हो सगल मनोरथ पूरे। पार ब्रह्म प्रभ पाया उतरे सगल विसुरे, दुख रोग संताप उतरे सुनी सच्ची बाणी। संत साजन पए सरसे पूरे गुर ते जानी, सुनते पुनीत कहते पवित सतगुर रखिया पर पूरे। बिनवंत नानक गुर चरण लागे, वाजे अनहद तूरे। सुनते पुनीत कहते पवित सतगुर रखिया पर पूरे। बिनवंत नानक गुर चरण लागे, वाजे अनहद तूरे। वाहिगुरू जी का खालसा, वाहिगुरू जी की फतेह। तू ठाक